हम संविधान विरोधी से हम सब डट कर जंग लड़ेंगे और जाति धर्म से हटकर सब मिलकर संग लड़ेंगे और जाति धर्म से हटकर सब मिलकर संग लड़ेंगे। अब पीछे ना कदम धरेंगे, अब पीछे ना कदम धरेंगे, लड़ेंगे सीना तान आओ संविधान बचाएं, कदम से कदम मिलाए, हाँ आओ संविधान बचाएं, कदम से कदम मिलाए। साथियों, आज जिल्ह्यामध्ये RSS मुख्यालयावर महारॅली तयारी अंतर्गत आंदोलनाचा जे काही 4 टप्पे आहेत त्या 4 टप्प्यांच्या तयारी अंतर्गत या ठिकाणी जळगाव जिल्ह्यातील भारत मुक्ती मोर्चा तसेच विविध संघटनांचे भारत मुक्ती मोर्चाच्या सर्वजण काय आहेत आपण या ठिकाणी उपस्थित मोर्चाचे भारत मुक्ती मोर्चाचे जिल्हाध्यक्ष उत्तम आहेत, बहुजन मुक्ती पार्टीचे संभाव बेहाडे आहेत, तसेच बहुजन मुक्ती पार्टीचे संभाव वाडतवाल आहेत, राष्ट्रीय पेन्शन संघाचे रामराज परदेशी साहेब आहेत, मोर्चाचे डॉक्टर शकीर शेख आहेत आणि माझ्या मुद्द्याला घेऊन या ठिकाणी जमले आहात. आपलं म्हणणं काय आहे? निकलो बाहर मकानों से, निकलो बाहर मकानों से, निकलो बाहर मकानों से, अभी तो ये अंगड़ाई है, आगे और लड़ाई है, अभी तो ये अंगड़ाई है, आगे और लड़ाई है, अभी तो ये अंगड़ाई है, आगे और लड़ाई है, निकलो बाहर मकानों से, जंग लड़ो बेईमानों से, संविधान के सम्मान। परंतु तेथील बीजेपी सरकार यांनी प्रशासनाला हाताशी धरून त्या अधिवेशनाच्या परमिशन नाकारल्या रद्द केलेल्या आहेत। ਸਾਰੇ ਜਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ, ਜੈ ਭਾਰਤ, ਜੈ ਮੂਲ ਨਿਵਾਸੀ ਸਾਥੀਓ। ਮੈਂ ਤੁਹਾਡਾ ਭੀਮ ਰਤਨ ਭੋਪਾਲ ਅੱਜ ਡਿਸਟ੍ਰਿਕਟ ਮਾਨਸਾ ਦੇ ਵਿੱਚ ਹੀ ਆ। ਮੈਂ ਹੈੱਡਕੁਆਟਰ ਮਾਨਸਾ ਦੇ ਵਿੱਚ ਮੈਂ ਖੜਾਂਗਾ ਇਸ ਟਾਈਮ ਜਿਹੜਾ ਕਿ ਤੁਸੀਂ ਦੇਖਿਆ ਸੋਸ਼ਲ ਮੀਡੀਆ ਤੇ ਬੜਾ ਰੌਲਾ ਚੱਲ ਰਿਹਾ ਹੈ ਕਿ ਭਾਰਤ ਦੇਸ਼ ਦੇ ਵਿੱਚ ਇੱਕ ਵੱਡੀ ਵਿਚਾਰਧਾਰਾ ਗਈ ਜਿਹੜੀ 1925 ਦੇ ਵਿੱਚ ਹੋਂਦ ਦੇ ਵਿੱਚ ਆਈ, RSS ਜਿਹਨੂੰ ਕਿਹਾ ਜਾਂਦਾ ਹੈ। ਔਰ ਭਾਰਤ ਦੇਸ਼ ਦੇ ਵਿੱਚ ਕਾਸਟਨਿਜ਼ਮ ਬੜਾ ਹੈਗਾ ਵੱਡਾ, ਜਿਹੜੀ ਭਾਰਤ ਦੇਸ਼ ਦੀ ਸਥਿਤੀ ਹੈਗੀ ਤਾਂ ਹੋਰਾਂ ਦੇਸ਼ਾਂ ਦੇ ਵਿੱਚ ਜਮਾਤ ਹੈਗੀ ਹੈ, ਇੱਥੇ ਕਾਸਟਨਿਜ਼ਮ ਦਾ ਬੜਾ ਰੌਲਾ ਹੈਗਾ। ਤਾਂ ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਕਿਉਂਕਿ ਤੁਸੀਂ ਦੇਖ ਰਹੇ ਹੋਗੇ ਜਿਹੜੇ ਸਾਥੀਆਂ ਦੇ ਹੱਥਾਂ ਦੇ ਵਿੱਚ ਬੈਨਰ ਫੜੇ ਨੇ ਤੇ ਬੈਨਰਾਂ ਦੇ ਵਿੱਚ ਸਾਡੇ ਉਹ ਮਹਾਨ ਮਹਾਂਪੁਰਸ਼ਾਂ ਦੀਆਂ ਜਿਨ੍ਹਾਂ ਨੇ ਤਰਕਵਾਦੀ ਦੇ ਨਾਲ ਆਪਣੇ ਜਵਾਬ ਦਿੱਤੇ ਉਸ ਸਮੇਂ ਦੀਆਂ ਸਰਕਾਰਾਂ ਨੂੰ। ਤੇ ਸਤਿਗੁਰ ਕਬੀਰ ਸਾਹਿਬ ਜੀ ਪੱਥਰ ਪੂਜੇ ਤੋਂ ਭਗਵਾਨ ਮਿਲੇ ਮੈਂ ਪੂਜੂ ਪਹਾੜ, ਇਹੋ ਜਿਹੇ ਮਹਾਨ ਸ਼ਖਸੀਅਤ। ਔਰ 3 ਜਨਵਰੀ ਨੂੰ ਸਾਡੇ ਅਧਿਆਪਕ ਦਿਵਸ ਲੰਘ ਕੇ ਗਿਆ, ਬੜਾ ਸੋਸ਼ਲ ਮੀਡੀਆ ਤੇ ਸਾਨੂੰ ਫਾਇਦਾ ਹੋਇਆ, ਬੜੇ ਵਿਦਿਆਰਥੀਆਂ ਨੂੰ ਜਾਣਕਾਰੀ ਮਿਲੀ ਹੈ। ਕਿਸੇ ਨੂੰ ਨਹੀਂ ਪਤਾ ਸੀ ਕਿ ਭਾਰਤ ਦੀ ਪਹਿਲੀ ਅਧਿਆਪਕਾ ਸਾਵਿਤਰੀ ਬਾਈ ਫੂਲੇ ਹੈਗੀ ਜੋ ਕਿਸਾਨੀ ਦੇ ਵਿੱਚੋਂ ਹੋਏ ਸੀਗੇ, OBC ਜਮਾਤ ਦੇ ਵਿੱਚੋਂ ਹੋਏ। ਅੱਜ ਦੇਸ਼ ਵਿਆਪੀ ਵਿਸ਼ਾਲ ਮਹਾ ਰੈਲੀ ਹੈ ਜਿਹੜੀ 7 ਜਨਵਰੀ ਨੂੰ ਸ਼ੁਰੂ ਹੋ ਚੁੱਕੀ ਹੈ 725 ਜ਼ਿਲ੍ਹਿਆਂ ਦੇ ਵਿੱਚ। ਔਰ 15 ਜਨਵਰੀ ਨੂੰ ਹੈੱਡਕੁਆਟਰਾਂ ਦੇ ਉੱਤੇ ਧਰਨੇ ਦਿੱਤੇ ਜਾਣੇ ਨੇ, 22 ਜਨਵਰੀ ਨੂੰ ਜ਼ਿਲ੍ਹਾ ਹੈੱਡਕੁਆਟਰਾਂ ਦੇ ਉੱਤੇ ਰੋਸ ਰੈਲੀਆਂ ਕੀਤੀਆਂ ਜਾਣੀਆਂ ਨੇ, ਔਰ 22 ਫਰਵਰੀ ਨੂੰ ਸੰਵਿਧਾਨ ਤੇ ਜਿਹੜਾ ਹਮਲਾ ਕੀਤਾ ਗਿਆ, ਆਰਟੀਕਲ 19 ਦੀ ਧਾਰਾ ਜਿਹੜੀਆਂ ਧੱਜੀਆਂ ਡਾਈਆਂ ਗਈਆਂ ਨੇ। ਹੈੱਡਕੁਆਟਰ ਹੈ ਨਾਗਪੁਰ ਦੇ ਵਿੱਚ RSS ਦਾ, ਉਹਦਾ ਮਤਲਬ ਕਿਹੜੇ ਸਾਥੀ ਹੈ ਭਾਰਤੀ ਮੁਕਤੀ ਮੋਰਚੇ ਦੇ ਜਿਹੜੇ ਸਾਥੀ ਨੇ ਉਹ ਮਤਲਬ ਘਰਾਓ ਕਰਨ ਜਾ ਰਹੇ ਨੇ। ਮੇਰੇ ਨਾਲ ਦਲਵਿੰਦਰ ਸਿੰਘ ਜੀ ਪੰਜਾਬ ਪ੍ਰਧਾਨ ਨੇ ਔਰ ਇਹਦੇ ਵਿੱਚ ਕਿਸਾਨ ਸਾਥੀ ਵੀ ਆਏ ਹੋਏ ਨੇ ਕਿਉਂਕਿ ਇਕੱਠ ਦੀ ਜਿਹੜੀ ਆਗਿਆ ਸੀ ਉਹ ਸੀਮਤ ਰੱਖੀ ਗਈ ਹੈ ਕਿ ਅੱਜ ਥੋੜੇ ਜਿਹੀ ਇਹ ਹੋਇਆ ਸੀ ਕਿ 15-20 ਸਾਥੀਆਂ ਨੇ ਜਾਣਾ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਦੇਸ਼ ਦੀ ਰਾਸ਼ਟਰਪਤੀ ਜੀ ਦੇ ਨਾਂ ਤੇ ਉਹ ਮੰਗ ਪੱਤਰ ਇਹਨਾਂ ਨੇ ਦੇਣਾਗਾ ਕਿ ਆਰਟੀਕਲ 19 ਤੇ ਜਿਹੜਾ ਹਮਲਾ ਹੋਇਆ ਕਟਕ ਦੇ ਵਿੱਚ ਉੜੀਸਾ ਕਟਕ ਡਿਸਟ੍ਰਿਕਟ ਹੈ ਉੜੀਸਾ ਦਾ, ਉਹਦੇ ਵਿੱਚ ਵਾਮ ਸੇਵਾ ਦਾ 42ਵਾਂ ਅਧਿਵੇਸ਼ਨ ਸ਼ੁਰੂ ਹੋਣਾ ਸੀ ਤੇ ਭਾਰਤੀ ਮੁਕਤੀ ਮੋਰਚੇ ਦਾ 15ਵਾਂ ਅਧਿਵੇਸ਼ਨ ਹੋਣਾ ਸੀਗਾ। ਤੇ ਹੁਣ ਸਾਥੀ ਨਾਲ ਥੋੜਾ ਜਿਹਾ ਮੈਂ ਕਹਿੰਦਾ ਉਹਨਾਂ ਨੂੰ ਕਿ ਚੰਦ ਮਿੰਟਾਂ ਦੇ ਲਈ 2 ਮਿੰਟਾਂ ਦੇ ਲਈ ਪੰਜਾਬ ਦੇ ਇੰਚਾਰਜ ਨੇ ਸਾਥੀ ਦਲਵਿੰਦਰ ਸਿੰਘ ਜੀ ਭਾਰਤੀ ਮੁਕਤੀ ਮੋਰਚਾ। ਹਾਂਜੀ ਪ੍ਰਧਾਨ ਜੀ, ਕੀ ਕਰ ਰਹੇ ਹੋ ਅੱਜ, ਕਿਸ ਦੇ ਸੰਬੰਧ ਦੇ ਵਿੱਚ ਹੈ? ਅੱਜ ਅਸੀਂ ਪੰਜਾਬ 725 ਜ਼ਿਲ੍ਹਿਆਂ ਦੇ ਵਿੱਚ ਭਾਰਤ ਦੇ ਅੰਦਰ
ਜ਼ਿਲ੍ਹਾ ਹੈੱਡਕੁਆਟਰਾਂ ਤੇ ਧਰਨੇ ਵਾਸਤੇ ਮੈਮੋਰੈਂਡਮ ਅਸੀਂ ਦੇ ਰਹੇ ਹਾਂ। ਇਹ ਕਿਉਂ ਦੇ ਰਹੇ ਹਾਂ? ਕਿਉਂਕਿ ਉੜੀਸਾ ਜਿਹੜੀ ਹੈਗੀ ਹੈ ਕਟਕ ਵਿਖੇ ਸਾਡਾ ਅਧਿਵੇਸ਼ਨ ਸੀ, ਜਿਹੜਾ 42ਵਾਂ ਸਾਡਾ ਭਾਰਤ ਮੁਕਤੀ ਮੋਰਚੇ ਦਾ ਤੇ ਸਾਡਾ ਅਧਿਵੇਸ਼ਨ ਹੋ ਰਿਹਾ ਸੀ। ਉਸ ਨੂੰ ਉੱਥੋਂ ਦੀ ਭਾਰਤੀ ਜਨਤਾ ਪਾਰਟੀ ਦੇ ਛੜਯੰਤਰ ਕਰਕੇ RSS ਦੇ ਜਿਹੜੇ ਲੋਕਾਂ ਨੇ ਮਿਲ ਕੇ ਉੱਥੋਂ ਦਾ ਜਿਹੜਾ ਸਾਡਾ ਅਧਿਵੇਸ਼ਨ ਹੈ ਉਸ ਨੂੰ ਕੈਂਸਲ ਕਰਾਇਆ। ਉਹਦੇ ਸੰਬੰਧ ਦੇ ਵਿੱਚ ਅਸੀਂ ਅੱਜ ਮੈਮੋਰੈਂਡਮ ਦੇ ਰਹੇ ਹਾਂ 725 ਜ਼ਿਲ੍ਹਿਆਂ ਦੇ ਵਿੱਚ ਸਾਰੇ ਭਾਰਤ ਦੇ ਅੰਦਰ। ਉਸ ਤੋਂ ਬਾਅਦ ਅਸੀਂ 15 ਜਨਵਰੀ ਨੂੰ ਅਸੀਂ ਧਰਨਾ ਪ੍ਰਦਰਸ਼ਨ ਕਰਾਂਗੇ। ਉਸ ਤੋਂ ਬਾਅਦ 22 ਜਨਵਰੀ ਨੂੰ ਅਸੀਂ ਬਹੁਤ ਵੱਡੀ ਰੋਸ਼ਨੀ ਕਰਾਂਗੇ ਤੇ ਆਖਰ ਅਸੀਂ 22 ਫਰਵਰੀ ਨੂੰ ਸਾਰੇ ਭਾਰਤ ਦੇ ਲੋਕ ਇਕੱਠੇ ਹੋ ਕੇ ਘੱਟੋ ਘੱਟ 10 ਤੋਂ 15 ਲੱਖ ਜਿਹੜੇ ਲੋਕ ਨੇ ਉਹ RSS ਦਾ ਹੈੱਡਕੁਆਟਰ ਜਿਹੜਾ ਕਿ ਨਾਗਪੁਰ ਆ ਉਸ ਨੂੰ ਘੇਰਾ ਪਾਵਾਂਗੇ ਔਰ ਇਸ ਨੂੰ ਅਸੀਂ ਬਹੁਤ ਜਲਦੀ ਵੱਡੇ ਅਸੀਂ ਪੱਧਰ ਤੇ ਅਸੀਂ ਤਿਆਰੀ ਕਰ ਰਹੇ ਹਾਂ। ਸੋ ਬਹੁਤ ਬਹੁਤ ਪ੍ਰਧਾਨ ਜੀ, ਪਹਿਲਾਂ ਵੀ ਮੈਂ ਦੇਖਿਆਗਾ ਸੋਸ਼ਲ ਮੀਡੀਆ ਤੇ ਲੋਕਾਂ ਨੇ ਦੇਖਿਆ, ਪਰ ਪੰਜਾਬ ਦੇ ਕਾਫੀ ਜਿਹੜੇ ਸੂਝਵਾਨ ਸਾਥੀ ਨੇ, ਬੁੱਧੀਜੀਵੀ ਨੇ ਜਾਂ ਕੋਈ ਕਮਿਊਨਿਸਟਾਂ ਦੇ ਵਿੱਚ ਕੰਮ ਕਰਦੇ ਨੇ, ਉਹਨਾਂ ਨੂੰ ਤਾਂ ਪਤਾ ਹੈਗਾ, ਪਰ ਪੰਜਾਬ ਦੇ ਕੁਝ ਲੋਕਾਂ ਨੂੰ ਨਹੀਂ ਪਤਾ ਕਿ ਪਿਛਲੀ ਵਾਰੀ ਹੈੱਡਕੁਆਟਰ ਘੇਰਿਆ ਗਿਆ ਸੀਗਾ RSS ਦਾ। ਤੇ ਗਿਣਤੀ ਮਤਲਬ ਇਹ ਲੱਗਦੀ ਹੈ ਵੀ ਗਿਣਤੀ ਜਿਹੜੀ ਅੱਜ ਹੈਗੀ ਹੈ 15-20 ਸਾਥੀਆਂ ਦੀ ਗਿਣਤੀ ਹੈ। ਪੰਜਾਬ ਦੇ ਵਿੱਚ ਕਿੰਨੀ ਫੈਡਰੇਸ਼ਨ ਦੇ ਵਿੱਚ ਗਿਣਤੀ ਹੈ ਜਿਹੜੀ ਮਤਲਬ ਕਿ RSS ਆ ਜਿਹੜੀ ਮਤਲਬ 100 ਸਾਲ ਤੋਂ ਉੱਪਰ ਹੋ ਗਿਆ ਉਹਨਾਂ ਨੇ ਆਪਣਾ ਮਨਾਇਆ ਹੁਣ ਐਡਾ ਵੱਡਾ ਸੰਗਠਨ ਆ, ਉਹਦਾ ਮੁਕਾਬਲਾ ਕਰਨ ਦੇ ਲਈ ਤੁਹਾਡੇ ਕੋਲੇ ਕੀ ਰਣਨੀਤੀ ਹੈ? ਮਤਲਬ ਐਡੀ ਵੱਡੀ ਕੌਣ ਤੁਹਾਡਾ ਲੀਡਰ ਹੈ ਜਿਹੜਾ ਲੀਡ ਕਰੂਗਾ ਇਹਨੂੰ? ਸਾਡੇ ਵੀ ਮਤਲਬ 86 ਵਿੰਗ ਨੇ। ਇਹ ਜਿਹੜੀ RSS 100 ਸਾਲ ਤੋਂ ਆਉਂਦੇ 100 ਵਿੰਗ ਨੇ। ਅਸੀਂ ਉਸ ਨੂੰ ਮਤਲਬ ਟਾਕਰਾ ਕਰਨ ਵਾਸਤੇ ਜਿਹੜੇ ਸਾਡੇ ਵਿੱਚ ਅਸੀਂ 86 ਵਿੰਗ ਹੈ, ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜਾ RSS ਦਾ ਜਿਹੜਾ ਹੈੱਡਕੁਆਟਰ ਹੈ। ਪਹਿਲਾਂ ਵੀ ਅਸੀਂ 6 ਅਕਤੂਬਰ 2022 ਨੂੰ ਘੱਟੋ ਘੱਟ 4 ਤੋਂ 5 ਲੱਖ ਲੋਕਾਂ ਨੇ ਉਸ ਨੂੰ ਘੇਰਾ ਪਾਇਆ ਸੀ ਔਰ ਉੱਥੋਂ ਦਾ ਜਿਹੜਾ ਹੈੱਡਕੁਆਟਰ ਉਹਨਾਂ ਨੇ ਤਬਦੀਲ ਕਰਕੇ ਇੰਦੌਰ ਉਹ ਉੱਥੇ ਸ਼ਿਫਟ ਕਰਿਆ ਸੀ। ਸੋ ਅੱਜ ਫੇਰ ਅਸੀਂ ਪੂਰੀ ਤਿਆਰੀ ਦੇ ਨਾਲ ਅਸੀਂ 22 ਫਰਵਰੀ ਨੂੰ ਸਾਰੇ ਭਾਰਤ ਦੇ ਲੋਕਾਂ ਨੂੰ, ਸਾਰੇ SC OBC ST ਮਿਨੋਰਟੀ ਔਰ ਜਿੰਨੇ ਵੀ ਸਾਰੇ ਸਾਡੇ ਲੋਕ ਨੇ ਉਸ ਨੂੰ ਅਸੀਂ RSS ਦੇ ਹੈੱਡਕੁਆਟਰ ਨੂੰ ਜਿਹੜਾ ਕਿ ਭਾਰਤ ਨੂੰ ਕੰਟਰੋਲ ਕਰ ਰਿਹਾ ਹੈ, ਰਿਮੋਟ ਕੰਟਰੋਲ ਹੈ ਜਿਹੜਾ ਭਾਰਤ ਦਾ, ਜਿੰਨੀਆਂ ਵੀ ਸਾਰੇ ਮੋਦੀ ਛੋਤੀ ਜਿੰਨੇ ਵੀ ਹੈਗੇ ਨੇ ਉਹਨਾਂ ਨੂੰ ਕੰਟਰੋਲ ਕਰ ਰਹੀ ਹੈ RSS। ਉਸ ਨੂੰ ਅਸੀਂ ਨੱਥ ਪਾਉਣ ਵਾਸਤੇ, ਉਸ ਨੂੰ ਭਜਾਉਣ ਵਾਸਤੇ ਅਸੀਂ 22 ਫਰਵਰੀ 2026 ਨੂੰ ਅਸੀਂ ਨਾਗਪੁਰ ਦੇ ਵਿੱਚ ਉਹਦਾ ਹੈੱਡਕੁਆਟਰ ਘੇਰਾਂਗੇ ਔਰ ਬਹੁਤ ਗਿਣਤੀ ਦੇ ਵਿੱਚ ਆਵਾਂਗੇ ਅਸੀਂ ਇੱਥੋਂ ਵੀ। ਇਹ ਸਨ ਭਾਰਤੀ ਮੁਕਤੀ ਮੋਰਚਾ ਪੰਜਾਬ ਦੇ ਪ੍ਰਧਾਨ ਦਰਵਿੰਦਰ ਸਿੰਘ ਜੀ ਮਾਨਸਾ ਤੇ ਉਹਨਾਂ ਦੇ ਨਾਲ ਨੇ ਅੰਗਰੇਜ਼ ਸਿੰਘ ਜੀ ਜਟਾਣਾ ਔਰ ਲਟਾਇਰ ਸਾਥੀਆਂ ਦਾ ਵਿੰਗ ਹੈ ਨੈਸ਼ਨਲ। ਕਿਉਂਕਿ ਸਰਕਾਰ ਨੇ ਮੈਨੂੰ ਲੱਗਦਾ ਲਟਾਇਰ ਜਿਹੜੇ ਸਾਥੀ ਸੀ, ਪੁਰਾਣੀ ਪੈਨਸ਼ਨ ਬਹਾਲ ਵੀ ਜਿਹੜੀ ਪੁਰਾਣੀ ਪੈਨਸ਼ਨ ਮਿਲਦੀ ਸੀ ਉਹ ਵੀ ਬੰਦ ਕੀਤੀ ਗਈ ਹੈ। ਕਿਉਂਕਿ ਇਹਨਾਂ ਦੇ ਉੱਤੇ ਮੁੱਦੇ ਨੇ ਜਿਹੜੇ ਤੁਸੀਂ ਦੇਖ ਸਕਦੇ ਹੋ। ਕਿਸਾਨਾਂ ਲਈ MSP ਦੀ ਗਰੰਟੀ ਹੈ ਜਿਹੜੀ ਉਹ ਵੀ ਹੋਣੀ ਚਾਹੀਦੀ ਹੈ ਔਰ ਜਾਤੀ ਆਧਾਰ ਤੇ ਗਿਣਤੀ ਕਰਵਾਉਣ ਦੇ ਲਈ ਔਰ ਫੌਜ ਵਿੱਚ ਜਿਹੜੀ ਅਗਨੀਵੀਰ ਪ੍ਰੀਖਿਆ ਦੀ ਭਰਤੀ ਬੰਦ ਕਰਕੇ ਫੌਜ ਵਿੱਚ ਪੱਕੀ ਭਰਤੀ ਸ਼ੁਰੂ ਕੀਤੀ ਜਾਵੇ। ਹਰ ਪੀੜਤਾਂ ਨੂੰ ਜਿਹੜਾ ਮਤਲਬ ਹੁਣ ਹੜ੍ਹ ਆਏ ਸੀ ਪੰਜਾਬ ਦੇ ਵਿੱਚ, ਘਰ ਡਿੱਗੇ, ਮਜ਼ਦੂਰਾਂ ਦੇ ਮਕਾਨ ਗਿਰ ਗਏ, ਉਹਨਾਂ ਵਾਸਤੇ ਮੰਗ ਰੱਖੀ ਗਈ ਆ। ਮਜ਼ਦੂਰ ਵਿਰੋਧੀ ਕਾਨੂੰਨ ਵਾਪਸ ਲਓ, ਕੰਮ ਦੇ 8 ਘੰਟੇ ਕਰੋ। ਜਾਣੀ ਕਿ ਜਿਹੜੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜਿਹੜੇ ਕਿਰਤ ਕਾਨੂੰਨ ਸੀ ਉਹ ਵੀ ਤੋੜੇ ਗਏ ਨੇ। ਪਰ ਮੈਂ ਵੀ ਇੱਥੇ ਇੱਕ ਸਵਾਲ ਖੜਾ ਇਹ ਹੁੰਦਾਗਾ ਵੀ ਐਡੇ ਵੱਡੇ ਕਿਰਤ ਕਾਨੂੰਨ ਤੋੜੇ ਗਏ ਨੇ, ਲੇਬਰ ਕੋਡ ਦੇ ਕਾਨੂੰਨ ਤੋੜੇ ਗਏ ਨੇ, ਲੇਬਰ ਕੋਡ ਦੇ ਵਿੱਚ ਵੀ SC ST OBC ਦੇ ਸਾਥੀ ਇੰਸਪੈਕਟਰ ਰਹੇ ਨੇ। ਪਰ ਇਹ ਜਿਹੜੀ ਲੜਾਈ ਹੈ ਮੈਨੂੰ ਲੱਗਦਾ ਵੀ ਇਹ ਤਿੱਖੀ ਨਹੀਂ ਹੋ ਰਹੀ ਕਿਉਂਕਿ ਮਜ਼ਦੂਰਾਂ ਨੇ ਉਹੀ ਕਿਰਤ ਕਰਨੀ ਹੈ ਤੇ ਉਹੀ ਖਾਣਾਗਾ। ਪਰ ਇੱਕ ਗੱਲ ਸਾਹਿਬੇ ਕਮਾਲ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਨੇ ਕਹੀ ਆ ਜਿਹਦੇ ਨਾਲ ਮੈਂ ਸਹਿਮਤ ਹਾਂ ਕਿ ਜਿੰਨਾ ਚਿਰ ਅਸੀਂ ਸ਼ਬਦਾਂ ਨੂੰ ਆਪਣਾ ਗੁਰੂ ਨਹੀਂ ਸਮਝਦੇ, ਯਾਨੀ ਕਿ ਸ਼ਬਦ ਨੂੰ ਪਕੜਦੇ ਨਹੀਂ, ਕਿ ਜਿਵੇਂ RSS ਨੇ ਵੱਡੀ ਚਾਲ ਚੱਲੀ, ਸਾਡਾ 700 ਕਿਸਾਨ ਸ਼ਹੀਦ ਹੋਇਆ ਪਰ ਫਿਰ ਵੀ ਸਾਨੂੰ MSP ਦੀ ਗਰੰਟੀ ਨਹੀਂ ਮਿਲੀ। ਕਿਉਂਕਿ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਨੇ ਵੀ ਕਿਹਾ ਸੀ ਜੇ ਭਾਰਤ ਦੇਸ਼ ਨੇ ਤਰੱਕੀ ਕਰਨੀ ਹੈ ਤਾਂ ਖੇਤੀਬਾੜੀ ਨੂੰ ਬੜਾ ਸਟਰੋਂਗ ਕਰਨਾ ਪੈਣਾ ਉਹਨਾਂ ਨੂੰ। ਕਿਉਂਕਿ ਭਾਰਤ ਦੇ ਦੇਸ਼ ਦੇ ਵਿੱਚ ਖੇਤੀਬਾੜੀ ਦੇ ਉੱਤੇ 70% ਜਨਤਾ ਜਿਹੜੀ ਉਹ ਪਿੰਡਾਂ ਦੇ ਵਿੱਚ ਰਹਿੰਦੀ ਹੈ, ਉਹ ਖੇਤੀਬਾੜੀ ਨਾਲ ਨਿਰਭਰ ਆ ਗਈ ਤੇ ਵੱਡੀ ਲੜਾਈ ਹੈ ਜਿਹੜੀ ਇਹ ਤਿੱਖੀ ਹੋਣ ਜਾ ਰਹੀ ਹੈ। ਤੁਸੀਂ ਇੱਕ ਵਾਰ ਫੇਰ ਝਾਤ ਮਾਰ ਸਕਦੇ ਹੋ ਬੈਨਰ ਤੇ ਜਿਹੜੇ ਸਾਥੀਆਂ ਨੇ ਪ੍ਰੋਗਰਾਮ ਦਿੱਤੇ ਹੈ। 7 ਨੂੰ ਅੱਜ ਸ਼ੁਰੂਆਤ ਹੋ ਚੁੱਕੀ ਹੈ, 15 ਨੂੰ ਮਤਲਬ ਧਰਨਾ ਦਿੱਤਾ ਜਾਣਾ ਹੈ, ਮਤਲਬ ਕਿ 3 ਵਜੇ ਤੱਕ ਉਹਦਾ ਪ੍ਰੋਗਰਾਮ ਰੱਖਿਆ ਗਿਆ। ਸਾਥੀਆਂ ਨੇ ਦੱਸਿਆ 22 ਜਨਵਰੀ ਨੂੰ ਰੈਲੀ ਕੀਤੀ ਜਾਣੀ ਹੈ ਤੇ 22 ਫਰਵਰੀ ਨੂੰ ਚਾਲੇ ਪਾਏ ਜਾਣਗੇ। ਮਤਲਬ ਭਾਰਤ ਦੇ ਲੋਕ ਆਪਣੇ ਵੱਖ-ਵੱਖ ਰਾਜਾਂ ਤੋਂ 32 ਰਾਜਾਂ ਤੋਂ ਚਾਲੇ ਪਾਉਣਗੇ। ਮਹਾਰਾਸ਼ਟਰ ਨੂੰ ਹੈੱਡਕੁਆਟਰ ਘੇਰਿਆ ਜਾਊਗਾ RSS ਦਾ। ਮੈਂ ਤੁਹਾਡਾ ਭੀਮ ਰਤਨ ਭੋਪਾਲ। ਤੁਸੀਂ ਮੇਰੇ ਨਾਲ ਜੁੜੇ ਜਿੰਨੇ ਸਾਥੀ ਸੋਸ਼ਲ ਮੀਡੀਆ ਤੇ ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ, ਜੈ ਭਾਰਤ, ਜੈ ਮੂਲ ਨਿਵਾਸੀ। ਕੁਝ ਸਾਥੀ ਆਏ ਹੋਏ ਨੇ, CID ਵਾਲੇ ਵੀ ਸਾਥੀ ਪਹੁੰਚੇ ਆ। ਸਵੇਰ ਦੀ CID ਆ ਜਿਹੜੀ ਉਹ ਰਿਪੋਰਟ ਲੈ ਰਹੀ ਹੈਗੀ ਕਿਉਂਕਿ CID ਰਾਹੀਂ ਹੀ ਸਾਰੇ ਜਿਹੜੇ ਹੈੱਡਕੁਆਟਰ ਨੇ ਇਹਨੇ देना। भाषण करने, अपनी बात रखने और शांतिपूर्वक सभा रखने का अधिकार दिया हुआ है और 14 की तरह समानता का अधिकार भी दिया हुआ है। लेकिन बामसेफ का जो प्रोग्राम हो रहा था इसके अंदर SC ST OBC माइनॉरिटी के लोग हैं, क्योंकि मैं मुस्लिम धर्म से आता हूँ। भारत देश में जो मुस्लिम है वो धर्म परिवर्तित मुस्लिम है, इनका DNA SC ST OBC से मिलता है। तो जब दूसरे जो मनुवादी लोग हैं उनके बड़े बड़े प्रोग्राम हो रहे हैं, जो संविधान ने इजाजत दी है कि शांतिपूर्वक तरीके से जब वो रख सकते हैं, तो हमारे SC ST OBC के जो प्रोग्राम था बामसेफ का, उसको क्यों रोका गया? ये संविधान के ऊपर हमला है। इसके लिए ये हमला जो है, क्योंकि बोलने का अधिकार, सभा रखने का अधिकार, इतनी बड़ी संगठना को जो है जब ये रोका गया तो हम जो माइनॉरिटी वगैरह में आते हैं, हम धर्म परिवर्तित लोग, तो हमारे ऊपर भी अत्याचार हो रहे हैं। तो ये रुकना चाहिए। इसके लिए जो है हम इंडिया के अंदर आज जो 725 जिलों के अंदर जो धरना आंदोलन हो रहा है
तो इसके अंदर राष्ट्रीय मुस्लिम मोर्चा यहाँ नहीं बल्कि पूरी इंडिया के अंदर और मैं महाराष्ट्र के अंदर जो जितने जिले हैं हर जिले से राष्ट्रीय मुस्लिम मोर्चा इसको सपोर्ट करती है। धन्यवाद सर। साथी या ठिकाणी अजून राष्ट्रीय आदिवासी एकता परिषदेचे माननीय गफूर तडवी सर सुद्धा या ठिकाणी उपस्थित आहेत। आपण त्यांना सुद्धा विचारूयात, सर आपण या ठिकाणी कशासाठी आलेले आहात? आज जे मानसिकचं अधिवेशन होतं ओडिशा येथे, त्या अधिवेशनाला जे परवानगी नाकारली, त्या परवानगी नाकारल्यामुळे जे अधिकाराचं हनन होतं आहे आणि त्या अधिवेशनाच्या परवानगी स्थगित झाल्यामुळे आज आम्ही 4 चरणी आंदोलन करत आहोत। आज पहिलं चरण आहे, त्यात निवेदन देत आहोत माननीय कलेक्टर साहेबांना। यात राष्ट्रीय आदिवासी एकता परिषद मी जिल्हाध्यक्ष आहे, या नात्याने मी 4 चरणाला आंदोलन देत आहे आणि आवाहन करेल की 22 फेब्रुवारी नागपूर येथे RSSच्या हेडक्वार्टरला आम्ही आंदोलन करणार आहोत। धन्यवाद तडवी सर। या ठिकाणी अजून इतर काही सहयोगी संघटनांचे कार्यकर्ते उपस्थित आहेत, पण त्यांना सुद्धा विचारूयात। त्यांनी या ठिकाणी भारत मुक्ती मोर्चा या संघटनेला समर्थन दिलेलं आहे, आपण त्यांना सुद्धा विचारूयात। सर आपण या ठिकाणी आलेले आहात समर्थन देण्यासाठी, आपण आज जनतेसमोर मांडव आपलं काय म्हणणं आहे ते। साथियो, आपलं नाव सांगा सर प्रथम। मी शशिकांत हिंगोणेकर, मूलनिवासी साहित्य संघाचं मी काम सुरू केलेलं आहे आणि राज्यभराची आमची संघटना आम्ही आता साहित्याची या मार्फत या मोर्चाला जोडलेलो आहोत। हे जे आमचं अधिवेशन सुरू होतं गेल्या महिन्यामध्ये डिसेंबरमध्ये सुरू होणार होतं, ते ओबीसी जनगणनेसाठी होतं आणि त्या जनगणनेला ते सरकार घाबरत आहे आणि म्हणूनच त्याच्यावरती बंदी आणलेली आहे, परमिशन नाकारलेली आहे। तर हा स्वातंत्र्यावरती गदा आहे, व्यक्ती स्वातंत्र्य गदा आहे आणि असंच जर चालू राहिलं तर आपल्या सर्वसामान्य माणसाला, या देशातल्या मूल निवासांना जगणं मुश्किल होणार आहे। त्यासाठी या त्यांनी जो हे केलेला आहे, रद्द केलेले परवानगी, त्याचा आम्ही निषेध करतोय साहित्य संघाच्या वतीनं, मूलनिवासी साहित्य संघाच्या वतीनं या ठिकाणी आम्ही या आंदोलनाला पाठिंबा देतो। धन्यवाद सर। साथियो, काही रिटायर झालेली सुद्धा लोक आहेत या ठिकाणी, आपण त्यांना विचारूयात। या ठिकाणी समजते रामराज परदेशी साहेब या ठिकाणी आलेले आहेत, आपण त्यांना विचारत। सर आपण एक रिटायर पदाधिकारी आहात, आपण तरी सुद्धा या ठिकाणी आलेले आहात, आपलं काय म्हणणं आहे आपण जनतेसमोर सांगावं। सर्वप्रथम आप लोगों का बहुत बहुत धन्यवाद। भारत मुक्ति मोर्चा, बहुजन क्रांति मोर्चा और उनकी सहयोगी संगठनों ने जो 4 चरणों के चरणबद्ध आंदोलन करा है, मैं आरबी परदेसी राष्ट्रीय मूल निवासी पेंशनर संघ, जो भारत मुक्ति मोर्चा ने चरणबद्ध आंदोलन किया है, हमारे मौलिक अधिकारों का हनन हो रहा है और उसमें हमारी पेंशनर लोग भी उसी में आ रहे हैं। मतलब तो मेरा उस आंदोलन को पाठिंबा है और सहभाग भी है। धन्यवाद सर। साथियो, आज या ठिकाणी अजून राष्ट्रीय संत गुरु रविदास क्रांती मोर्चाचे माननीय नंदलाल आगारे सर या ठिकाणी उपस्थित आहेत। सर आपण या ठिकाणी आपलं काय मत आहे या ठिकाणी सांगावं। संविधानाच्या सन्मानात आम्ही उतरलो मैदानात। राष्ट्रीय अधिवेशन 2025चे जे होणार होते ते RSSवादी लोकांनी आणि राज्य शासनाने सदर कटक ओरिसा येथील त्यांनी परमिशन जे रद्द केली, तो एक प्रकारचा संविधानावर एक प्रकारचा हल्ला आहे, तो लोकशाहीवर हल्ला आहे। म्हणून भारत मुक्ती मोर्चामार्फत जे काही 4 चरणातलं जे आंदोलन जे वामन मेश्राम साहेबांच्या नेतृत्वामध्ये पूर्ण भारतामध्ये जे उभारलेलं आहे, त्या आंदोलनाला, त्या 4 चरणाच्या आंदोलनाला राष्ट्रीय गुरु रविदास क्रांती मोर्चा मार्फत मी नंदलाल आगारे जाहीर पाठिंबा जाहीर करतो। धन्यवाद सर। या ठिकाणी बहुजन मुक्ती पार्टीचे मान्य राजेंद्र खरे सर सुद्धा उपस्थित आहेत, आपण त्यांना विचारूयात। सर आपलं थोडक्यात मनोगत आपण या ठिकाणी सांगावं। रामसाहेब भारत मुक्ती मोर्चा यांच्या संयुक्त विद्यमानाने ओरिसामध्ये 25 डिसेंबर ते 30 डिसेंबरपर्यंत जे अधिवेशन घेण्यात आलेलं होतं, ते अधिवेशन होऊ नये आणि समाजापर्यंत जनजागृती होईल या उद्देशाने RSS ब्राह्मणवादी संघटना आणि भारतीय जनता पार्टीमधील जे ब्राह्मण आमदार आहे यांनी स्वतंत्र मिटिंग घेऊन या अधिवेशनाला विरोध केला आणि प्रशासनाच्या माध्यमातून या अधिवेशनाची परवानगी नाकारली। कारण की आपल्या देशामध्ये गणतंत्र व्यवस्था आहे आणि गणतंत्र व्यवस्थेमध्ये जे आमचे मूलभूत अधिकार आहेत, तर मूलभूत अधिकाराचं हनन करण्याचं काम आज ब्राह्मण तंत्राच्या आणि भारतीय जनता पार्टी आणि RSSच्या माध्यमातून केलं जात आहे। तर या विरोधामध्ये मान्यवर वामन मेश्राम साहेब यांच्या आदेशान्वये जे चरणबद्ध आंदोलन केलं जात आहे, त्या चरणबद्ध आंदोलनाचा जो पहिला टप्पा आहे, त्या पहिल्या टप्प्याला बहुजन मुक्ती पार्टीतर्फे मी जाहीर पाठिंबा घोषित करतो। धन्यवाद सर। साथियो, आपण पाहत असाल या ठिकाणी भारत मुक्ती मोर्चा या संघटनेला पाठिंबा देण्यासाठी संपूर्ण जळगाव जिल्ह्यातून जे काही भारत मुक्ती मोर्चाच्या सहयोगी संघटना आहेत आणि जिल्ह्याभरातील ज्या काही विविध समविचारी संघटना आहेत, त्या या ठिकाणी या आंदोलनाला सपोर्ट करण्यासाठी या ठिकाणी एकवटले आहेत। समाजातील विविध घटक जे आहेत, जसे ओबीसी असतील, शेड्यूल कास्ट असतील, शेड्यूल ट्राईब असतील, आदिवासी ज्या काही संघटना आहेत,
मुस्लिम संघटना आहेत, यांनी सुद्धा या ठिकाणी आज या निवेदन देण्याचा जो पहिला टप्पा आहे, या टप्प्याला किंवा इथून पुढच्या होणाऱ्या आंदोलनाला या ठिकाणी सर्वांनी पाठिंबा घोषित केलेला आहे. आज या ठिकाणी MNTV लाईव्हच्या माध्यमातून आपण हा जो काही RSS भाजपाने जो काही बामसेपचा राष्ट्रीय अधिवेशनाचा जो कार्यक्रम आहे याची परवानगी नाकारली, ह्या मुद्द्याला धरून ही सर्व लोक आज या ठिकाणी उपस्थित झालेली होती आणि जळगाव जिल्हाधिकारी कार्यालयाला जिल्हाधिकाऱ्यांना निवेदन देण्यासाठी ही लोक आज या ठिकाणी जात आहेत. धन्यवाद. जय मूल निवासी.